ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰੰਗਲਾ ਪੰਜਾਬ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ। ਪੱਟੀ ਸਾਹਿਬ ਵੈਲਕਮ ਜੀ, ਇਹਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਹਾਂ, ਥੋੜਾ ਜਿਹਾ ਹਲਕਾ ਫੁਲਕਾ ਜਿਹਾ ਹੋ ਗਿਆ ਅੱਜ। ਹਾਂਜੀ ਹਾਂਜੀ। ਇਹ ਗੀਤ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਤੇ ਜਿਹੜੇ ਉਹਨਾਂ ਦੇ ਸਾਥੀ ਗੁਲਸ਼ਨ ਕੋਮਲ ਆ, ਉਹ ਹੁੰਦਾ ਵੈਸੇ ਇਦਾਂ ਹੀ ਸੀਗਾ ਪੁਰਾਣੇ ਸਮੇਂ ਦੇ ਵਿੱਚ, ਹੈ ਨਾ। ਵਿਆਹੁਤਾ ਜੇਕਰ ਬਿਜੀ ਹੁੰਦਾ ਸੀ ਕਿ ਕੰਮ ਕਾਰ 'ਚ ਲੱਗਾ ਹੁੰਦਾ, ਚੱਲ ਕੋਈ ਨਹੀਂ ਮੈਂ ਲੈ ਆਉਣਾ, ਮੇਰ ਤੇਰ ਕੋਈ ਨਹੀਂ ਹੁੰਦੀ ਸੀ, ਹੈ ਨਾ। ਜੀ ਜੀ ਜੀ। ਤੇ ਉਹ ਜਾ ਕੇ ਖਲਾਰਾ ਪਾ ਕੇ ਬਹਿ ਜਾਂਦਾ ਰਾਹ ਦੇ ਵਿੱਚ, ਤਰੀ ਜੀ ਕਰਕੇ ਗਲੇ ਦੀ, ਤੇ ਉੱਥੇ ਜਾ ਕੇ ਖਲਾਰਾ ਪਾ ਕੇ ਬਹਿ ਗਿਆ। ਇਹ ਗੀਤ ਉਹਦੇ ਨੂੰ ਸਮਰਪਿਤ ਸੀ। ਚਲੋ ਰੰਗਲਾ ਪੰਜਾਬ ਦੇ ਵਿੱਚ ਦੇਖਦੇ ਹਾਂ ਸਾਡੇ ਨਾਲ ਕੌਣ ਨੇ। ਵੈਲਕਮ ਜੀ। ਹਾਂਜੀ ਬੇਟਾ ਜੀ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਇੱਕ ਗਾਣਾ ਤੁਸੀਂ ਹੋਰ ਹੀ ਸੁਣਿਆ, ਉਹ ਕਹਿੰਦਾ ਨਾਈ ਨੂੰ ਪੁੱਛਦੇ ਕਿੱਦਾਂ ਦਾ ਮੁੰਡਾ ਹੈ, ਕਹਿੰਦੇ ਤਬੇ ਹੁਣੀ ਸ਼ਰਮਾਨ ਜੀ। ਉਹ ਇਹ ਵੀ ਗਾਣਾ ਹੈਗਾ ਜੀ, ਬਹੁਤ ਪੁਰਾਣਾ ਹੈ। ਆ ਬੜਾ ਪੁਰਾਣਾ ਉਹ ਤੇ ਉਹ ਮਤਲਬ ਉਹ ਮਜ਼ਾਕੀਆ ਜਿਹਾ ਗੀਤ ਆ। ਹਾਂਜੀ ਹਾਂ, ਮਜ਼ਾਕੀਆ। ਮਿਹਰਬਾਨੀ, ਥੈਂਕ ਯੂ। ਓਕੇ ਜੀ, ਥੈਂਕ ਯੂ। ਨੂਪੁਰ ਦੇ ਹੱਕ ਵਿੱਚ ਪੋਸਟ ਪਾਉਣ ਵਾਲੇ ਕਨਈਆ ਲਾਲ ਦਾ ਕਤਲ ਹੋਣ ਦੀ ਖਬਰ ਹੈ। 2 ਦੋਸ਼ੀ ਗ੍ਰਿਫਤਾਰ ਨੇ। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਇਹ ਹੈ ਜੀ, ਇਹੋ ਜਿਹੇ ਮੁੱਦੇ ਜਿਹੜੇ ਹੈਗੇ ਹਨ ਨਾ, ਉਹ ਛੇੜੇ ਨਹੀਂ ਜਾਣੇ ਚਾਹੀਦੇ। ਨਾਜ਼ੁਕ ਮੁੱਦੇ, ਧਾਰਮਿਕ ਮੁੱਦੇ। ਨੂਰਪੁਰ ਨੂੰ ਸਿਰਫ ਅਜੇ ਤੱਕ ਜਿਹੜਾ ਵਾ ਪਰਚਾ ਦਰਜ ਕੀਤਾ ਸੀ, ਬੁਲਾਇਆ ਗਿਆ ਸੀਗਾ, ਬੰਬੇ ਪੁਲਿਸ ਨੇ ਬੁਲਾਇਆ ਸੀ ਉਹਨੂੰ ਵੀ ਕੁਲੀ ਵੀ ਤੇਜ ਹੁੰਦੇ, ਲੇਕਿਨ ਉਹ ਅੱਜ ਤੱਕ ਨਹੀਂ। ਮੈਂ ਟੈਕਸ ਜਾਂਦੀ ਸਾਂ। ਦੂਸਰੇ ਪਾਸੇ ਜੈਵਾਰ ਜਿਹੜਾ ਹੈਗਾ ਸੀ, ਉਹਨੂੰ ਇਹਨਾਂ ਨੇ ਮਿੰਟ ਨਹੀਂ ਲਾਇਆ। 2018 ਦੀ ਉਹਦੀ ਕੋਈ ਪੋਸਟ ਆ, ਉਹਦੇ ਬਿਹਾਫ ਤੇ ਨੂਰਪੁਰ ਦੇ ਜਿਹੜੀ ਪੋਸਟ ਪਾਈ ਆ, ਉਹਦਾ ਵਜਨ ਘਟਾਉਣ ਵਾਸਤੇ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਬਕਾਇਦਾ ਬੁਲਾਇਆ ਗਿਆ। ਭਾਈ ਤੇਰੀ ਐਟਮ ਦੇ ਪੁੱਛ ਪੜਤਾਲ ਕਰਨੀ ਹੈ ਤੇ ਜੋ ਪੁਲਿਸ ਕਰਦੀ ਹੁੰਦੀ ਹੈ। ਪੁਲਿਸ ਨੇ ਉਹਨੂੰ ਫੜ ਕੇ ਅਦਾਲਤ 'ਚ ਪੇਸ਼ ਕੀਤਾ। ਭਾਈ ਸਾਨੂੰ ਇਹ ਜਿਹੜਾ ਵਾ ਸਹਿਯੋਗ ਨਹੀਂ ਦੇ ਰਿਹਾ, ਪੁੱਛਗਿੱਛ ਦੇ ਵਿੱਚ ਸਾਨੂੰ ਰਿਮਾਂਡ ਕੀ ਨੂਰਪੁਰ ਦਾ ਕਿਸੇ ਨੇ ਰਿਮਾਂਡ ਲਿਆ? ਨਹੀਂ, ਕਿਸੇ ਨੇ ਲਿਆ, ਕਿਸੇ ਨੇ ਪੁੱਛਿਆ। ਠੀਕ ਹੈ ਜੀ, ਜੋ ਹੋ ਗਿਆ ਸੋ। ਲੇਕਿਨ ਥੋੜੀ ਜੀ ਸਾਡੀ ਸਰਕਾਰ ਨੂੰ ਤੇ ਭਾਜਪਾ ਨੂੰ ਉਦੋਂ ਡੈਂਟ ਪਿਆ ਜਦੋਂ ਬਾਕੀ ਅਰਬ ਕੰਟਰੀ ਦੇ ਸਾਰਿਆਂ ਨੇ ਜਿਹੜਾ ਸੀ ਇੱਥੇ ਰੋਸ ਪ੍ਰਗਟ ਕੀਤਾ। ਭਾਈ ਤੁਸੀਂ ਜੋ ਕੀਤਾ ਸੋ। ਕਤਰ ਦੇ ਵਿੱਚ ਨੂਰਪੁਰ ਦੇ ਖਿਲਾਫ ਮਜ਼ਾਕ ਵਾਲੇ ਨੂੰ ਉੱਥੋਂ ਤੋਰਤਾ। ਭਾਈ ਤੁਸੀਂ ਇੱਥੇ ਰਹਿ ਨਹੀਂ ਸਕਦੇ, ਦੌੜ ਜਾਓ ਆਪਣੇ ਉਸੇ ਕੰਟਰੀ। ਅਸੀਂ ਇੱਥੇ ਬਿਲਕੁਲ ਕੋਈ ਇਹੋ ਜਿਹੀ ਜਿਹੜੀ ਬਦਕਲਾਮੀ ਨਹੀਂ ਕਰਾਂਗੇ। ਹੁਣ ਤੁਸੀਂ ਜਬੈਰ ਨੂੰ ਫੜ ਲਿਆ, ਨੂਰਪੁਰ ਨੂੰ ਫੜਿਆ ਨਹੀਂ। ਜੋ ਹਾਲਾਤ ਕਿਸੇ ਵੇਲੇ ਦਾਊਦ ਹੋਰਾਂ ਬੰਬੇ ਦੇ ਪੈਦਾ ਕੀਤੇ ਸੀ, ਇਸ ਵੇਲੇ ਸਾਡੀਆਂ ਸਰਕਾਰਾਂ ਜਿਹੜੀਆਂ ਵਾ ਸਾਡੇ ਹਾਲਾਤ ਪੂਰੇ ਦੇਸ਼ ਦੇ ਪੈਦਾ ਕਰ। ਦਾਊਦ ਨੇ ਕੀਤੇ ਕਈ ਸਾਲ ਬੰਬੇ ਜਿਹੜਾ ਸੀ ਉਸ ਅੱਤਵਾਦੀ ਭੱਠੀ ਦੇ ਜਿਹੜਾ ਸੀ ਝੋਕੇ ਰਿਹਾ। ਉੱਥੋਂ ਡਰ ਦੇ ਬਾਰੇ ਭੱਜ ਗਏ ਵਪਾਰੀ ਲੋਕ ਜਿਹੜੇ ਸੀ, ਵਿਦੇਸ਼ਾਂ ਚਲੇ ਗਏ, ਵਿਦੇਸ਼ਾਂ ਜਾ ਕੇ ਆਪਣਾ ਕਾਰੋਬਾਰ ਕਰ। ਜੇ ਉੱਥੇ ਮਾੜੀ ਮੋਟੀ ਸ਼ਾਂਤੀ ਹੋ, ਪੂਰੇ ਦੇਸ਼ ਨੂੰ ਜਿਹੜਾ ਵਾ ਅਜ਼ਮਾ ਕੇ ਨਾ ਵੇਖਿਆ ਜਾਵੇ। ਅਸੀਂ ਇਹ ਕਦੇ ਨਹੀਂ, ਜਿਹੜਾ ਉਸ ਬੰਦੇ ਨੇ ਨੂਰਪੁਰ ਦੇ ਹੱਕ 'ਚ ਪੋਸਟ ਪਾਈ ਹੈ, ਠੀਕ ਪਾਤੀ ਉਹਨੇ, ਕੋਈ ਗੱਲ ਨਹੀਂ। ਵਿਚਾਰ ਦਾ ਜਵਾਬ ਵਿਚਾਰ ਨਾਲ ਦਿਓ, ਸਵਾਦ ਦਾ ਜਵਾਬ ਸਵਾਦ ਨਾਲ ਦਿਓ। ਉਹਨੇ ਪੋਸਟ ਪਾਈ ਹੈ, ਤੁਸੀਂ ਉਹਦਾ ਜਵਾਬ ਦੇ ਸਕਦੇ ਹੋ। ਤੁਹਾਨੂੰ ਕੋਈ ਅਧਿਕਾਰ ਨਹੀਂ ਜਾ ਕੇ ਤੁਸੀਂ ਫੜ ਕੇ ਉਹਦਾ ਗਲਾ ਫੜ। ਬਕਾਇਦਾ ਤੌਰ ਤੇ ਰਾਜਸਥਾਨ ਦੇ ਉਦੈਪੁਰ ਦੇ ਵਿੱਚ ਇਹ ਵਪਾਰੀ ਬੰਦਾ ਵਾ, ਇਹ ਹੈਗਾ ਵਾ ਟੇਲਰ ਮਾਸਟਰ ਦਰਜੀ ਆ, ਦਰਜੀ। ਇਹਨੇ ਜਿਹੜੀ ਨੂਰਪੁਰ ਦੇ ਅੱਜ ਪੋਸਟ ਪਾਈ, ਉਹਨੂੰ ਲੈ ਕੇ ਜਦੋਂ ਇਹਨੂੰ ਧਮਕੀਆਂ ਆਈਆਂ ਤੇ ਉੱਥੋਂ ਦੀ ਸਰਕਾਰ ਨੇ ਇਹਨੂੰ ਬਕਾਇਦਾ ਤੌਰ ਤੇ ਸਿਕਿਉਰਿਟੀ ਦੇ ਦਿੱਤੀ। ਸਿਕਿਉਰਿਟੀ ਦੇਣ ਤੋਂ ਬਾਅਦ ਜਦੋਂ ਸਿਕਿਉਰਿਟੀ ਦਿੱਤੀ ਤੇ 6 ਦਿਨ ਸਿਕਿਉਰਿਟੀ ਰਹੀ ਤੇ 7 ਦਿਨ ਸਿਕਿਉਰਿਟੀ ਇਹਨਾਂ ਵਾਪਸ। ਤੇ ਫਿਰ ਜਿਹੜੇ ਇਹੋ ਜਿਹੇ ਬੰਦੇ ਪੱਧਰੀ ਸੀ, ਉਹਨਾਂ ਨੂੰ ਮੌਕਾ ਮਿਲ ਗਿਆ, ਉਹਨਾਂ ਆ ਕੇ ਉਹਦਾ ਜਿਹੜਾ ਗਲਾ ਵੱਢਤਾ ਤੇ ਫਿਰ ਕਿਰਪਾਨਾ ਵਿਖਾ ਗਲਾ ਵੱਢਿਆ ਉਹਦਾ। ਉਹ ਕੱਲਾ ਇਹੀ ਨਹੀਂ ਆ, ਨਰਿੰਦਰ ਮੋਦੀ ਸਾਹਿਬ ਨੂੰ ਵੀ ਚੈਲੰਜ ਕੀਤਾ ਉਹਨਾਂ ਨੇ ਕਿ ਭਾਰਤ ਦੇ ਪ੍ਰਧਾਨ ਬਿਲਕੁਲ। ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਨਾ ਜੀ, ਜੋ ਹਾਲਾਤ
ਹੋਰਾਂ ਦੇ ਸਮੇਂ ਤੇ ਬੰਬੇ 'ਚ ਪੈਦਾ ਕੀਤੇ ਗਏ ਸੀ, ਉਹੀ ਹਾਲਾਤ ਸਾਡੀਆਂ ਸਰਕਾਰਾਂ ਹੁਣ ਪੂਰੇ ਭਾਰਤ 'ਚ ਪੈਦਾ ਕਰ ਰਹੀਆਂ। ਨੁਕਸਾਨ ਕਿਹਦਾ ਵਾ? ਮਰਨਗੇ ਆਮ ਲੋਕ, ਇਹ ਤਮਾਸ਼ਾ ਵੇਖਣਗੇ, ਆਪਣੀ ਰੋਟੀਆਂ ਛਕਣਗੇ। ਸਿਰਫ ਕੁਰਸੀਆਂ ਤੇ ਬਹਿਣ ਨਾਲ ਜਿਹੜੀ ਆ ਉਹ ਦੇਸ਼ ਨਹੀਂ ਚੱਲਦੇ ਹੁੰਦੇ, ਦੇਸ਼ ਨੀਤੀਆਂ ਨਾਲ ਚੱਲਦੇ ਹੁੰਦੇ, ਦੇਸ਼ ਦੇ ਵਿਕਾਸ ਕਰਕੇ ਚੱਲਦੇ ਹੁੰਦੇ। ਕੁਰਸੀ ਦੇ ਬਹਿਣ ਨਾਲ ਦੇਸ਼ ਚੱਲਦੇ ਹੁਣ ਤਾਂ ਚਾਹੀਦਾ ਕੀ? ਬਿਲਕੁਲ ਬਿਲਕੁਲ ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਪਾਗਲ ਨਹੀਂ ਸੀ, ਰਾਤ ਨੂੰ ਕੰਧਾਂ ਨੂੰ ਜਾ ਕੇ ਕੰਨ ਲਾ ਕੇ ਸੁਣਦਾ ਸੀ ਲੋਕ ਮੇਰੇ ਬਾਰੇ ਕੀ ਸੋਚਦੇ। ਮਹਾਰਾਜਾ ਰਣਜੀਤ ਸਿੰਘ ਉਹ ਗਰੀਬ ਦੇ ਜੋ ਦੇਸ਼ ਤੇ ਭੀੜ ਬਣੀ ਤੇ ਉਹਨੇ ਆਪਣੇ ਅੰਧ ਭੰਡਾਰ ਖੋਲ ਦਿੱਤੇ, ਲੋ ਲੈ ਜਾਓ ਜਿੰਨੇ ਜੇ ਖੜਨਾ ਜਿੰਨਾ ਮਰਜ਼ੀ ਲੈ ਜਾਓ। ਇੱਕ ਗਰੀਬ ਬੁੱਢੇ ਤੇ ਚੁੱਕੇ ਨਹੀਂ ਜਾਂਦੇ ਤੇ ਘਰ ਛੱਡ ਕੇ ਆਇਆ ਸੀ। ਰਾਜੇ ਜੇ ਰਾਜ ਕਰਨਾ ਤੇ ਏਦਾਂ ਰਾਜ ਹੁੰਦਾ। ਤਾਈਓ ਤਾਂ ਉਦੋਂ ਉਹ ਹਿੰਦੂ ਵੀਰ ਕਹਿ ਰਿਹਾ ਸੀ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਮਾਨ ਸਾਹਿਬ ਖਾਲਿਸਤਾਨ ਜਿਹੜਾ ਮੰਗ ਰਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਦਾ ਜਿਹੜਾ ਸੈਕੂਲਰ ਰਾਜ ਸੀ, ਉਹਦੀ ਗੱਲ ਕਰਦੇ। ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਉਹਦਾ ਜਿਹੜੇ ਸੀ ਬਿਲਕੁਲ ਜਿਹੜੇ ਸਾਡੇ ਹੈਗੇ ਨੇ ਜਿਹੜੇ ਆਪਣੇ ਵਕਤ ਅਹਿਮਦ ਅਤੇ ਦਿੱਲੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਦੇ ਸੈਯਦ ਅਲੀ ਬੁਖਾਰੀ, ਉਹਨੇ ਕਿਹਾ ਜੀ ਇਹਨਾਂ ਬਹੁਤ ਵੱਡੀ ਬਲੰਡਰ ਗਲਤੀ ਕੀਤੀ, ਇਹਨਾਂ ਸਖਤੀ ਦਾ ਪੇਸ਼ ਹੈ, ਹਾਲਾਤ ਨਹੀਂ ਖਰਾਬ ਹੋਣੇ ਚਾਹੀਦੇ ਜੋ ਮਰਜ਼ੀ ਹੋਵੇ। ਇਸ ਕਰਕੇ ਜੇ ਬਰਾਬਰ ਤੇ ਰੱਖੋਗੇ ਫਿਰ ਤੇ ਠੀਕ ਆ, ਤੇ ਜੇ ਬਰਾਬਰ ਤੇ ਨਾ ਰੱਖੋਗੇ ਤੇ ਫਿਰ ਇਹੋ ਜਿਹੀਆਂ ਘਟਨਾਵਾਂ ਤੇ ਵਾਪਰਦੀਆਂ ਰਹਿਣਗੀਆਂ। ਨਹੀਂ ਕਿਤੇ ਇਹ ਪੱਟੀ ਸਾਹਿਬ ਇੱਥੇ ਰੁਕਣ ਵਾਲੀ ਗੱਲ ਤਾਂ ਹੈ ਨਹੀਂ ਕਿ ਨੂਰਪੁਰ ਦੇ ਹੱਕ 'ਚ ਪੋਸਟ ਪਾਉਣ ਵਾਲੇ ਕਨ੍ਹਈਆ ਲਾਲ ਦਾ ਕਤਲ ਹੋ ਗਿਆ, ਤੇ ਕਤਲ ਹੋਣ ਦੇ ਮਾਮਲੇ ਦੇ ਵਿੱਚ ਜਿਹੜੀ ਆਪਾਂ ਗੱਲ ਲੈ ਕੇ ਗਏ ਕਿ ਉਸ ਪੱਤਰਕਾਰ ਨੂੰ ਗ੍ਰਿਫਤਾਰ ਕਰ ਲਿਆ। ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਕੀ ਆ ਕਿ ਬੜਾ ਪੁਰਾਣਾ ਮਸਲਾ, ਉਹਨੇ ਕਿਤੇ ਇੱਕ ਮਤਲਬ 2018 ਦਾ ਮਸਲਾ, 2018 ਦਾ ਮਸਲਾ, ਮਤਲਬ ਉਹਦੇ ਕੋਈ ਪੋਸਟ ਪਾਈ ਆ, ਉਸ ਪੋਸਟ ਦੀ ਪੁੱਛਗਿੱਛ ਵਾਸਤੇ ਉਹਨੂੰ ਰਿਮਾਂਡ ਚਾਹੀਦਾ ਜੀ, ਸਾਨੂੰ ਇਹ ਦੇ ਨਹੀਂ ਰਿਹਾ, ਸਹਿਯੋਗ ਨਹੀਂ ਕਰ ਰਿਹਾ, ਤੇ ਇਹ ਗੱਲ ਉੱਠੂਗੀ ਨਹੀਂ। ਇਹ ਗੱਲ ਫਿਰ ਨੂਰਪੁਰ ਦੇ ਬਰਾਬਰ ਤੱਕ ਹੀ ਉੱਠਣੀ ਆ, ਫਿਰ ਜਵਾਬ ਦੇਣਾ ਪੈਣਾ ਇਹਨਾਂ ਨੂੰ। ਅਗਲਿਆਂ ਨੇ ਤਲਬ ਕਰਨਾ ਕਿ ਆ ਕੀ ਹੋ ਰਿਹਾ। ਸਾਡੇ ਗਵਾਂਢੀ ਪਾਕਿਸਤਾਨ ਦੇ ਵਿੱਚ ਕਿਤੇ ਘੱਟ ਗਿਣਤੀਆਂ ਨਾਲ ਕੋਈ ਮਾੜਾ ਮੋਟਾ ਉੱਥੇ ਘਟਨਾਕ੍ਰਮ ਵਾਪਰਦੀ ਹੈ ਤੇ ਲਾਲਾ ਹੁੰਦੀ ਆ। ਕੱਲੀ ਇੱਕ ਲੈਂਗੁਏਜ ਨਹੀਂ, ਅੱਜ ਦੁਨੀਆ ਏਦਾਂ ਹੋ ਗਈ ਆ, ਏਦਾਂ ਇੱਕ ਮੁੱਠੀ 'ਚ ਆ। ਹਾਂਜੀ, ਅਸੀਂ ਤਾਂ ਕੁਛ ਵੀ ਨਹੀਂ, ਸਾਡੀ ਤਾਂ ਛੋਟੀ ਜਿਹੀ ਟੀਮ ਹੈ, ਮਤਲਬ ਸਾਡੇ ਕੋਲ ਤਾਂ ਹੈ ਹੀ ਨਹੀਂ ਮਤਲਬ ਇੰਨੇ ਕੁ ਸੋਰਸ ਜਿਹੜੇ ਵੀ ਹੋਣੇ ਚਾਹੀਦੇ ਆ। ਹਰ ਇੱਕ ਲੈਂਗੁਏਜ ਦੇ ਵਿੱਚ ਨੂਰਪੁਰ ਦੀ ਘਟਨਾ ਨੂੰ ਲਿਖਿਆ ਗਿਆ, ਹਰ ਇੱਕ ਭਾਸ਼ਾ ਦੇ ਵਿੱਚ ਹਰ ਬੰਦਾ ਆਪਣੀ TRP ਵਧਾਉਣਾ ਚਾਹੁੰਦਾ, ਹਰ ਅਖਬਾਰ ਆਪਣੇ ਨੂੰ ਜਿੰਦਾ ਰੱਖਣ ਦੇ ਵਿੱਚ ਇਹ ਆਰਟੀਕਲ ਉਹਨਾਂ ਨੇ ਸੰਦਰਭ ਦੇ ਵਿੱਚ ਲਿਖੇ ਹੋਣਗੇ। ਸਾਡੇ ਕੋਲ ਗਿਆਨ ਵੱਖਰਾ, ਉਹਨਾਂ ਕੋਲ ਵੱਖਰਾ, ਕਿਸੇ ਕੋ ਵੱਖਰਾ, ਕਿਸੇ ਕੋ ਵੱਖਰਾ, ਕਿਸੇ ਕੋ ਵੱਖਰਾ, ਹਨਾ। ਆਪੋ ਆਪਣੇ ਤਰੀਕੇ ਨਾਲ ਉਹਨਾਂ ਨੇ ਲਿਖਿਆ। ਇਹੀ ਕਾਰਨ ਆ ਕਿ ਦੇਖੋ ਕਿੱਥੋਂ ਤੱਕ ਜਾ ਕੇ ਇਹ ਕਿੰਨਾ ਕੁ ਚਿਰ ਦਬਾਇਆ ਜਾਊਗਾ। ਨਹੀਂ, ਆਖਰ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹਨਾਂ ਦਾ ਜਵਾਬ ਦੇਣਾ ਹੀ ਪਊਗਾ, ਦੇਣਾ ਹੀ ਪਊਗਾ। ਵੀ ਇੱਕ ਪੱਤਰਕਾਰ ਨੂੰ ਤੁਸੀਂ ਗ੍ਰਿਫਤਾਰ ਕਰਦੇ ਹੋ ਤੇ ਇਹਦਾ ਮਤਲਬ ਇੱਥੇ ਮੈਂ ਹੁਣ ਨਾਂ ਲੈ ਦਿੰਦਾ, ਸਾਡੇ ਇੱਥੋਂ ਟੋਰਾਂਟੋ ਦੀ ਅਖਬਾਰ ਆ ਬੜੀ ਵੱਡੀ, ਉਹਨੇ ਮੰਦਿਰ ਦੇ ਵਿੱਚ ਪਈਆਂ ਜਿਹੜੀਆਂ ਸਾਡੀਆਂ ਧਾਰਮਿਕ ਮੂਰਤੀਆਂ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਬਸਤਰ ਪਾ ਕੇ ਕੱਪੜੇ ਪਾ ਕੇ ਸਜਾਇਆ ਹੁੰਦਾ, ਉਹਨਾਂ ਦੀ ਨੰਗੀਆਂ ਫੋਟੋ ਛਾਪ ਦਿੱਤੀਆਂ ਸੀ। ਇਸ ਮੰਚ ਦੇ ਰਾਹੀਂ ਹੀ ਉਹਦੀ ਨਿਖੇਧੀ ਕੀਤੀ, ਲਾਲਾ ਕੀਤੀ। 3 ਰੇਡੀਓ ਚੱਲਦੇ ਹੁੰਦੇ ਸੀ ਸਿਰਫ। ਮੈਂ ਆਪਣੇ ਹਿੰਦੂ ਭਾਈਚਾਰੇ ਨੂੰ ਦੱਸਣਾ ਚਾਹੁੰਦਾ, ਕਿਸੇ ਨੇ ਸੀ ਤੱਕ ਨਹੀਂ ਸੀ ਕੀਤੀ। ਅਸੀਂ ਲਗਾਤਾਰ ਐਵਰੀਡੇ ਸਾਡੇ ਕੋਲ ਪ੍ਰੋਗਰਾਮ ਹੁੰਦਾ ਸੀ, ਨਿਖੇਧੀ ਕੀਤੀ ਤੇ ਉਸ ਅਖਬਾਰ ਦੇ ਸਾਹਮਣੇ ਮੁਜ਼ਾਹਰਾ ਕੀਤਾ, ਪਰਚੀਆਂ ਉਹਦੀਆਂ ਅਖਬਾਰਾਂ ਸਾੜੀਆਂ ਤੇ ਮਾਫੀ ਮੰਗਾਈ। ਇਹ ਰੰਗਲਾ ਪੰਜਾਬ ਦੀ ਇੱਕ ਇਹ ਵੀ ਪ੍ਰਾਪਤੀ ਆ। ਬਿਲਕੁਲ ਜੀ, ਠੱਪੇ ਲਾਉਣ ਵਾਲੇ ਜੋ ਮਰਜ਼ੀ ਲਾਈ ਚੱਲਣ, ਸਾਡੇ ਇੱਥੇ ਸਾਰਾ ਕੁਝ ਲਿਖਿਆ, ਮਾਫੀ ਮੰਗਵਾਈ। ਕਾਸ਼ ਉਦੋਂ ਸੋਸ਼ਲ ਨੈਟਵਰਕ ਮੀਡੀਆ ਹੁੰਦਾ, ਟੋਰਾਂਟੋ ਡਾਊਨਟਾਊਨ ਦੇ ਵਿੱਚ ਅਖਬਾਰ ਨੇ ਮਾਫੀ ਮੰਗੀ ਵੀ ਮੁਜ਼ਾਹਰਾ ਹੋਇਆ, ਭਾਵੇਂ 60 ਬੰਦੇ ਸੀ, 50 ਸੀ, 100 ਸੀ, ਉਦੋਂ ਇੰਨੀ ਬੜੀ ਸੀ, ਪਰ ਅਖਬਾਰ ਨੇ ਸ਼ਰਮ ਮਹਿਸੂਸ ਕੀਤੀ ਵੀ ਇਹ ਗਲਤ ਗੱਲ ਹੈ, ਲਿਖਤੀ ਰੂਪ ਦਿੱਤਾ ਗਿਆ, ਮਾਫੀ ਮੰਗੀ। ਬਿਲਕੁਲ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਉਹਨੇ ਕੋਈ ਪੋਸਟ ਪਾਈ ਆ ਤੇ ਉਹਨੂੰ ਇਸਦਾ ਤੁਸੀਂ ਉਹਨੂੰ ਮਤਲਬ ਰਿਮਾਂਡ ਲਓ, ਹਨਾ। ਨੂਰਪੁਰ ਨੂੰ ਫਿਰ ਕਿਸੇ ਨੇ ਕਿਉਂ ਸੱਦਿਆ? ਇਹ ਤੇ ਪਵਾੜਾ ਇੱਕ ਵਾਧਾ ਜਾਣਾ ਆ, ਘਟਨਾ ਨਹੀਂ ਆ। ਚਲੋ ਅਗਲੀ ਕਾਲ ਲੈ ਲੈਣੇ ਆਪਾਂ, ਦੇਖਦੇ ਹਾਂ ਕੌਣ ਨੇ। ਹਾਂਜੀ, ਵੈਲਕਮ ਜੀ, ਸਵਾਗਤ ਹੈ ਜੀ ਆਇਆਂ ਨੂੰ। ਚਾਵਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਜਿਹੜਾ ਐਕਸੀਡੈਂਟ ਆਪਣੇ ਰਾਜਸਥਾਨ ਦਾ ਹੋਇਆ, ਆਪਣਾ ਸਰ ਜੀ ਦਾ ਕਤਲ, ਉਹਨੂੰ ਜੇ ਤੁਸੀਂ ਆਪਣੇ ਕਾਨੂੰਨੀ ਤੌਰ ਤੇ ਦੇਖੋ ਜਾਂ ਲੌਜੀਕਲੀ ਦੇਖੋ
ਵੀ ਹੁਣ ਕ੍ਰਾਈਮ ਕਰਨ ਵਾਲਾ ਉਹਨੂੰ ਆਪਾਂ ਕਿਸੇ ਫਿਰਕੇ ਨਾਲ ਨਹੀਂ ਜੋੜਦੇ। ਇਹਨੇ ਕ੍ਰਾਈਮ ਕੀਤਾ ਉਹ ਕ੍ਰਿਮੀਨਲ ਹੀ ਆ, ਉਹ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਵੇ। ਵੀ ਇੱਕ ਸਿਮਿਲਰ ਕ੍ਰਾਈਮ ਅਗਰ ਹੁੰਦਾ ਹੈ, ਇੱਕ ਸ਼ੰਭੂ ਨਾਲਾ ਬੰਦਾ ਇੱਕ ਬੰਦੇ ਨੂੰ ਆਪਣੇ ਨਾਲ ਜਾਂਦਾ ਕਿੱਦਾਂ ਇਹ ਕੰਮ ਕਰ ਲਏ ਤੇ ਕੁਹਾੜੀ ਮਾਰ ਕੇ ਉਹਦਾ ਕਤਲ ਕਰ ਦਿੰਦਾ ਤੇ ਲਾਸ਼ ਜਾਲ ਦਿੰਦਾ, ਵੀਡੀਓ ਬਣਾਉਂਦਾ ਤੇ ਉਹਦੇ ਫੁੱਲਾਂ ਦੇ ਹਾਰ ਪਾਏ ਜਾਂਦੇ, ਉਹਦੀ ਝਾਕੀ ਕੱਢੀ ਜਾਂਦੀ ਫੁੱਲਾਂ ਦਾ। ਜੀ 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 ਜੀ। ਦੂਜੇ ਪਾਸੇ ਸ਼ੀਨਬਾਗ ਬੰਦਾ ਗੋਲੀ ਚਲਾਉਂਦਾ, ਉਹਦੇ ਫੁੱਲਾਂ ਦੇ ਹਾਰ ਪਾਏ ਜਾਂਦੇ ਆ। ਹਾਂਜੀ, ਉਹ ਗੋਲੀ ਬੰਦੇ ਦੇ ਲੱਗਦੀ ਵੀ ਆ। ਫਿਰ ਆਪਣੇ ਕਿਸੇ ਨੂੰ ਮੀਟ ਖਾਣ ਦੇ ਉੱਤੇ ਮਾਰ ਦਿੱਤਾ ਜਾਂਦਾ। ਹੁਣ ਹੈ ਕ੍ਰਾਈਮ ਉਹਨਾਂ ਦਾ ਵੀ ਆ। ਹੁਣ ਇੱਕ ਪਾਸੇ ਤਾਂ ਜਿਨ ਅੱਧੇ ਨੇ ਕ੍ਰਾਈਮ ਕੀਤਾ ਤੇ ਉਹਨਾਂ ਦੇ ਹਾਰ ਪਾਏ ਜਾਂਦੇ, ਤਾਂ ਇੱਕ ਕ੍ਰਾਈਮ ਨੂੰ ਤੁਸੀਂ ਦੇਖਦੇ ਆ ਵੀ ਇਹ ਟੈਰਰਿਜ਼ਮ ਆ। ਤੇ ਮੇਰਾ ਖਿਆਲ ਹੈ ਵੀ ਇਹ ਜਿਹੜਾ ਕ੍ਰਾਈਮ ਹੁਣ ਹੋਇਆ ਨਾ, ਇਹ ਐਕਸ਼ਨ ਦਾ ਆਪਾਂ ਰਿਐਕਸ਼ਨ ਕਹਿ ਸਕਦੇ ਹਾਂ ਕਿ ਅਗਰ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ, ਉਹਨਾਂ ਦੇ ਖਿਲਾਫ ਕਾਨੂੰਨ ਨੇ ਪ੍ਰੋਪਰ ਕੰਮ ਕੀਤਾ ਤੇ ਇਹ ਹੈਪਨ ਹੋਣਾ ਹੀ ਨਹੀਂ ਸੀ। ਮਿਹਰਬਾਨੀ। ਬਟਾ ਕੀ ਖਿਆਲ ਹੈ ਜੇ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਜੀ, ਬੜੀ ਵਧੀਆ ਗੱਲ। ਤੁਸੀਂ ਸਾਡੀ ਗੱਲ ਸੁਣੀ ਨਹੀਂ। ਅਸੀਂ ਇਹ ਗੱਲ ਪਹਿਲਾਂ ਕਹੀ ਆ ਕਿ ਇਹ ਪੂਰੇ ਬੰਬੇ ਵਰਗੇ, ਬੰਬੇ 'ਚ ਕੀ ਹੋਇਆ ਸੀ? ਬੰਬੇ ਦੇ ਵਿੱਚ ਜਦੋਂ ਮੁਸਲਮਾਨਾਂ ਤੇ ਜ਼ਿਆਦਤੀਆਂ ਬਹੁਤ ਵੱਧ ਗਈਆਂ ਤੇ ਬੰਬੇ ਦੇ ਵਿੱਚ ਬਲਾਸਟ ਹੋਏ ਸ਼ੁਰੂ। ਹਾਂ, ਉਹ ਬਲਾਸਟ ਹੋਏ, ਫਿਰ ਚੀਕਾਂ ਵੱਜੀਆਂ ਵੀ ਬਲਾਸਟ ਹੋ ਰਹੇ। ਉਹਨਾਂ ਕਿਹਾ ਕਿ ਅਸੀਂ ਮਰਨਾ ਤੇ ਹੈਗਾ, ਅਸੀਂ ਕੁਛ ਕਰਕੇ ਮਰੀਏ। ਅਸੀਂ ਕਹਿੰਦੇ ਕਿ ਹੁਣ ਹਾਲਾਤ ਇਹ ਪੈਦਾ ਕੀਤੇ ਜਾ ਰਹੇ ਪੂਰੇ ਇੰਡੀਆ ਦੇ, ਸਾਡੀ ਸਰਕਾਰ ਵੱਲੋਂ ਇਹ ਬੰਬੇ ਵਰਗੇ ਹਾਲਾਤ ਪੈਦਾ ਕਰਕੇ ਪੂਰੇ ਦੇਸ਼ ਨੂੰ ਜਿਹੜੀ ਆ ਉਹ ਇੱਕ ਅੱਤਵਾਦ ਦੀ ਭੱਠੀ ਝੋਕਣਾ ਚਾਹੁੰਦੇ। ਫਿਰ ਕੁਰਸੀ ਕਾਇਮ ਰੱਖਣ ਵਾਸਤੇ ਕੁਰਸੀ ਕਾਇਮ ਰਹਿ ਜੂਗੀ, ਪਰ ਦੇਸ਼ ਨਹੀਂ ਬਚੂਗਾ। ਦੇਸ਼ ਵਾਸਤੇ, ਜਿਹੜੇ ਦੇਸ਼ ਨੂੰ ਬਚਾਉਣ ਵਾਸਤੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਕੁਰਬਾਨੀਆਂ ਦਾ ਕੀ ਮੁੱਲ ਪਾ ਰਹੇ ਸੀ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਐਕਸ਼ਨ ਦਾ ਐਕਸ਼ਨ ਜਿਹੜੀਆਂ ਕੁਰਬਾਨੀਆਂ ਨੂੰ ਤੁਸੀਂ ਕੁਰਬਾਨੀਆਂ ਕਹਿ ਰਹੇ ਹੋ, ਉਹਨਾਂ ਨੂੰ ਉਹ ਮੰਨਦੇ ਹੀ ਨਹੀਂ। ਉਹ ਤੇ ਕਾਲੇ ਪਾਣੀ ਨੂੰ ਮਿਟਾਉਣ ਨੂੰ ਤੁਰੇ ਫਿਰਦੇ ਆ। ਉਹ ਤੇ ਉੱਥੋਂ ਦੇ ਨਾਂ ਮਿਟਾ ਦਿੱਤੇ, ਉੱਥੋਂ ਦੇ ਨਾਂ ਮਿਟਾਉਣ ਦੀਆਂ ਖਬਰਾਂ ਤੱਕ ਪੜ੍ਹ ਚੁੱਕੇ ਆ। ਉਹ ਤਾਂ ਉਹਨਾਂ ਸ਼ਹੀਦਾਂ ਨੂੰ ਸ਼ਹੀਦ ਹੀ ਨਹੀਂ ਮੰਨਦੇ, ਉਹਨਾਂ ਦੀ ਕੁਰਬਾਨੀਆਂ ਨੂੰ ਕੁਰਬਾਨੀਆਂ ਨਹੀਂ ਮੰਨਦੇ। ਉਹ ਤਾਂ ਉਹ ਗਦਾਰਾਂ ਦੀਆਂ ਕੁਰਬਾਨੀਆਂ ਨੂੰ ਕੁਰਬਾਨੀਆਂ ਜਿਹੜੀਆਂ ਨੇ ਉਹ ਸਲਾਈਆਂ ਜਾ ਰਹੀਆਂ ਨੇ, ਜਿਨ੍ਹਾਂ ਨੇ ਮਾਫੀਆਂ ਮੰਗ ਲਈਆਂ, ਜਿਨ੍ਹਾਂ ਨੇ ਪੈਨਸ਼ਨਾਂ ਲੈ ਲਈਆਂ। ਆ ਵੀਰ ਜੀ ਨੇ ਬੜੀ ਸਤਾਨੀ ਗੱਲ ਕੀਤੀ ਆ ਕਿ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਆ। ਰਾਜਸਥਾਨ ਵਾਲੀ ਜਿਹੜੀ ਗੱਲ ਆ ਉਹਦੇ ਵਿੱਚ ਲੌਜਿਕ ਤੌਰ ਤੇ ਵੇਖੋ ਕਿ ਜੇ ਸ਼ੰਭੂ ਵਾਲੀ ਘਟਨਾ ਲੈ ਕੇ ਗਿਆ ਖੇਤਾਂ 'ਚ ਜਾ ਕੇ ਸ਼ਰਿਆਂ ਵੀਡੀਓ ਬਣਾਈ, ਕੁੱਟਿਆ ਮਾਰਿਆ, ਕਿਵੇਂ ਉਹ ਤੜਫਦਾ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀ ਹਨਾ। ਓਕੇ, ਦਿੱਲੀ ਦੇ ਵਿੱਚ ਸ਼ਰੇਆਮ ਗੋਲੀ ਚਲਾਉਂਦਾ ਜਾਦਵ ਹਨਾ, ਤੇ ਉਦੋਂ ਉਹਦੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ, ਉਹਦੇ ਵੀ ਹਾਰ ਪਾਏ ਜਾਂਦੇ ਆ। ਉਹ ਸਾਡੇ ਅਮਨ ਜੀ ਨੇ ਇੱਕ ਕਵਿਤਾ ਵੀ ਲਿਖੀ ਸੀ, ਇਹ ਖਾਨਾ ਕੀ ਖਾਨਾ ਹੈ ਮੀਟ ਖਾਨਾ ਸੁਣਿਆ ਬੀਫ ਖਾਨਾ। ਉਹਦੀ ਮਤਲਬ ਜਾਂਚ ਕੀਤੀ ਗਈ। ਹਾਂਜੀ, ਲੈਬੋਰਟਰੀ 'ਚ ਰਿਪੋਰਟ ਆਉਂਦੀ ਹੈ ਕਿ ਇਹ ਬੀਫ ਨਹੀਂ ਗੀ, ਪਰ ਹੁਣ ਕੁੱਟ ਕੇ ਮੀਟ ਖਾਣ ਤੇ ਈਦ ਵਾ, ਤੁਸੀਂ ਈਦ ਤੇ ਮੀਟ ਵੀ ਨਹੀਂ ਖਾ ਸਕਦੇ। ਬਿਲਕੁਲ ਬਿਲਕੁਲ। ਤੇ ਹਿੰਦੁਸਤਾਨ ਦੇ ਵਿੱਚੋਂ, ਮਾਫ ਕਰਨਾ, ਹਿੰਦੁਸਤਾਨ ਦੇ ਵਿੱਚੋਂ ਇਕੱਲੇ ਪੰਜਾਬ ਚੋਂ ਨਹੀਂ, ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਅਰਬ ਕੰਟਰੀਆਂ 'ਚ ਕਿੰਨੇ ਲੋਕ ਕੰਮ ਕਰਨ ਜਾਂਦੇ ਆ। ਲੱਖਾਂ ਲੋਕ। ਪਾਟੀ ਸਾਹਿਬ 92 'ਚ ਇੱਥੇ ਜਦੋਂ ਆਏ ਨਾ, ਤੇ ਸਾਡੇ ਇੱਥੇ ਵੱਡੇ ਉਦੋਂ ਗਰੋਸਰੀ ਸਟੋਰ ਹੁੰਦੇ ਸੀ, ਵੱਡੀਆਂ ਜਿਹੜੀਆਂ ਨਾ ਗਰੋਸਰੀ ਸਟੋਰ, ਜਿਹੜੇ ਵੱਡੇ ਨਾਲ ਗਰੋਸਰੀ ਵੀ ਮਿਲਦੀ ਸੀ, ਸਾਰਾ ਕੁਝ ਮਿਲਦਾ ਸੀ। ਤੇ ਪੂਰੇ ਦੇ ਪੂਰੇ ਪਸ਼ੂ ਕੱਟ ਕੇ ਬੰਨੇ ਹੁੰਦੇ ਸੀ ਉਹਨਾਂ ਨੇ, ਵੱਢ ਕੇ ਪੂਰੇ ਦੇ ਪੂਰੇ। ਮਤਲਬ ਤੁਸੀਂ ਕਹਿ ਲਓ, ਮੈਂ ਹੁਣ ਝੋਟਾ ਕਹਿ ਦਿੰਦਾ ਹਨਾ, ਜਾਂ ਮੱਝ ਕਹਿ ਦਿੰਦਾ ਹਨਾ, ਜਾਂ ਕੱਟਾ ਕਹਿ ਦਿੰਦਾ ਹਨਾ, ਕਿਸੇ ਨੂੰ ਦੁੱਖ ਨਾ ਲੱਗੇ। ਪੂਰੇ ਦੇ ਪੂਰੇ ਕੱਟ ਕੇ ਇਹ ਲਮਕਦੇ ਹੁੰਦੇ ਸੀ, ਤਾਜ਼ੇ ਫਰੈਸ਼। ਜਿਹੜਾ ਪਾਰਟ ਲਾਉਣਾ ਤੁਸੀਂ ਉਹਨਾਂ ਕੋਲ ਲਾ ਦੇਣਗੇ। ਉਹ ਮੈਂ 92 ਦੀ ਗੱਲ ਕਰਦਾ। ਉੱਥੇ ਸਾਰਾ ਕੁਝ ਹੁੰਦਾ ਸੀ, ਸਾਰਾ ਕੁਝ, ਬੀਫ ਵਗੈਰਾ। ਭਾਰਤ ਸਭ ਤੋਂ ਜ਼ਿਆਦਾ ਬੀਫ ਦਾ ਤੁਹਾਨੂੰ ਪਤਾ ਹੀ ਹੈ ਨਾ। ਬਿਲਕੁਲ। ਵਪਾਰੀ ਕੌਣ ਨੇ? ਵਪਾਰੀ ਕੌਣ ਨੇ? ਮਤਲਬ ਦੀਵੇ ਤਲੇ ਅੰਧੇਰਾ ਯਾਰ, ਮਤਲਬ ਦੀਵੇ ਤਲੇ ਅੰਧੇਰਾ ਹਨਾ। ਤੇ ਮੈਂ ਆਪ ਵੇਖਿਆ ਕਿ ਮਤਲਬ ਜਿੱਥੇ ਹੁਣ ਮੈਂ ਕਹਿ ਦੇਵਾਂ ਗੁਰਦੁਆਰਾ ਸਾਹਿਬ ਵੀ, ਮੰਦਿਰ ਵੀ ਲਾਗੇ, ਤੇ ਵਿਚਕਾਏ ਇਹੋ ਜਿਹੀ ਏਡੀ ਵੱਡੀ ਉਹ ਹੋਵੇ, ਮਤਲਬ ਗਰੋਸਰੀ ਸਟੋਰ। ਥੋੜ੍ਹੀ ਦੂਰ ਸਾਡੇ ਧਾਰਮਿਕ ਸਥਾਨ ਵੀ ਹੋਣ, ਤੇ ਉਹ ਲੋਕ ਉੱਥੇ ਰਹਿੰਦੇ, ਉੱਥੇ ਗਰੋਸਰੀ ਨਹੀਂ ਕਰਨ ਆਉਂਦੇ ਹੋਣਗੇ। ਆਉਂਦੇ ਸੀ, ਅਸੀਂ ਵੀ ਜਾਂਦੇ ਸੀ ਉੱਥੇ, ਤੇ ਸਾਡੇ ਨਾਲ ਜਿਹੜਾ ਸਾਡਾ ਦੂਸਰਾ ਭਾਈਚਾਰਾ ਉਹ ਵੀ ਜਾਂਦਾ ਸੀ ਉੱਥੇ ਗਰੋਸਰੀ ਕਰਨ। ਹੁਣ ਅਸੀਂ ਕੀ ਕਵਾਂਗੇ ਇੱਥੇ ਵੀ ਇਹ ਮਜਬੂਰੀਆਂ ਸਾਡੀਆਂ।
ਜਿਹੜੇ ਅਰਬ ਕੰਟਰੀ ਵਿੱਚ ਜਾਂਦੇ ਨੇ, ਸਾਡੀਆਂ ਇੱਥੇ ਫਿਰ ਸਾਡੀਆਂ ਭਾਵਨਾਵਾਂ ਨਹੀਂ ਹੈਗੀਆਂ, ਸਾਡੀਆਂ ਹੈਗੀਆਂ। ਚਲੋ ਖੈਰ ਨਹੀਂ ਵੇ, ਆਪਾਂ ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੱਟੀ ਸਰ। ਜੀ ਸਰ ਮੈਂ ਹੀ ਜਿਹੜਾ ਟੌਪਿਕ ਚੱਲ ਰਿਹਾ, ਮੈਂ ਥੋੜਾ ਜਿਹਾ ਇਹਨੂੰ ਇਲੈਬੋਰੇਟ ਕਰਨ ਦੀ ਕੋਸ਼ਿਸ਼ ਕਰਨ ਲੱਗਾ ਕਿ ਜੋ ਕੁਝ ਹਾਲਾਤ ਬਣੇ ਹੋਏ ਆ ਹਿੰਦੁਸਤਾਨ ਦੇ ਅੰਦਰ, ਇੰਡੀਆ ਦੇ ਅੰਦਰ, ਕਿ ਜਿਹੜੀਆਂ ਮਾਈਨੋਰਿਟੀਜ਼ ਆ ਉਹਨਾਂ ਨੂੰ ਖਤਮ ਕਰਨ ਦਾ ਇੱਕ ਤਰ੍ਹਾਂ ਦਾ ਇਹਨਾਂ ਨੇ ਡਿਸੀਜਨ ਲਿੱਤਾ ਹੈ ਕਿ ਹਿੰਦੂ ਰਾਜ ਕਾਇਮ ਕਰਨਾ ਵਾ। ਤੇ ਦੇਖੋ ਕਿ ਤੁਸੀਂ ਇਹ ਨਿਪੁਰ ਸ਼ਰਮਾ ਦੇ ਬਿਆਨ ਨੂੰ ਲੱਲੋ, ਉਹਨੇ ਕਿੰਨਾ ਹਲਚਲ ਮਚਾਈ ਸੀਗੀ, ਅਰਬ ਕੰਟਰੀਆਂ ਵੀ ਅਗੇਂਸਟ ਹੋ ਗਈਆਂ ਇੰਡੀਆ ਦੇ, ਰਾਈਟ। ਹੁਣ ਮੈਂ ਚੀਜ਼ ਦੇ ਉੱਤੇ ਗੱਲ ਕਰਨਾ ਚਾਹੁੰਦਾ ਕਿ ਇੱਕ SYL ਗਾਣਾ ਸਾਡਾ ਰਿਲੀਜ਼ ਹੋਇਆ ਜਿਹਦੇ ਵਿੱਚ ਸਿਰਫ ਇੱਕ ਜੋ ਤੱਥਾਂ ਦੇ ਆਧਾਰ ਤੇ ਜਾਂ ਮੁੱਦਿਆਂ ਦੇ ਆਧਾਰ ਤੇ ਗੱਲ ਕੀਤੀ ਗਈ ਹੈ, ਉਹਨੂੰ ਇਹਨਾਂ ਨੇ ਚੱਕ ਕੇ ਬੈਨ ਕਰ ਦਿੱਤਾ, ਰਾਈਟ। ਪਰ ਜਿਹੜੇ ਆਪਣੇ ਇਹਨਾਂ ਦੇ ਬਸ਼ਿੰਦੇ ਆ ਉਹਨਾਂ ਨੂੰ ਇਹ ਗੱਲਾਂ 'ਚ ਹਾਰ ਪਾ ਰਹੇ ਆ, ਜਾਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਆ, ਜਾਂ ਖੁੱਲ੍ਹੇਆਮ ਉਹਨਾਂ ਨੂੰ ਘੁੰਮਣ ਦਿੱਤਾ ਜਾ ਰਿਹਾ, ਕੋਈ ਕੇਸ ਨਹੀਂ ਦਰਜ ਹੋ ਰਿਹਾ। ਸੋ ਇਹਦਾ ਮਤਲਬ ਇਹੀ ਆ ਨਾ ਵੀ ਇਹ ਮਿਨੋਰਟੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਪਲੀ ਤੌਰ ਤੇ। SYL ਦੇ ਉੱਤੇ ਤੇ ਵੈਸੇ ਬੈਨ ਲਾ ਕੇ ਉਹਨਾਂ ਨੇ ਗਲਤੀ ਕਰ ਲਈ, ਜਿਹਨੇ ਵੇਖਣਾ ਵੇਖ ਲਿਆ, ਇਹ ਤੋਂ ਵੱਧ ਨਹੀਂ ਹੋਣਾ, ਹੋਣ ਉਦੋਂ ਬਾਅਦ ਤੇ ਉਹ ਰਿਪੀਟ ਹੀ ਹੋਣਾ ਵਾ। ਨਹੀਂ ਸਰ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਬਟ ਇਹਨਾਂ ਨੇ ਤੇ ਆਪਣੇ ਵੱਲੋਂ, ਮੈਂ ਵੈਸੇ ਗੱਲ ਕਰਦਾ, ਉਹ ਤੇ ਉਹਨਾਂ ਨੇ ਆ ਬੈਲ ਮੁਝੇ ਮਾਰ ਬਦਨਾਮੀ ਵਾਲਾ ਟਿੱਕਾ ਲਵਾ ਲਿਆ। ਉਹ ਤੇ ਹੁਣ ਵੇਖੋ ਹਰਿਆਣੇ ਦਾ ਜਿਹੜਾ ਐਡਾ ਤਗੜਾ ਜਿਹੜਾ ਮਤਲਬ ਪ੍ਰਵਾਨ ਵਾ, ਪੰਜਾਬੀ 'ਚ ਬੋਲਾਂ, ਹਾਂਜੀ, ਰੈਸਲਰ, ਉਹਨੇ ਕਿੰਨੀ ਤਗੜੀ ਵਿਆਖਿਆ ਕਰ ਦਿੱਤੀ ਉਹਦੀ। ਬਿਲਕੁਲ ਸਹੀ ਗੱਲ ਹੈ। ਉਹ ਗੀਤ ਨਾਲੋਂ ਜ਼ਿਆਦਾ ਸਖਤ ਲਫ਼ਜ਼ਾਂ 'ਚ ਵਿਆਖਿਆ ਕਰ ਗਿਆ ਉਹ, ਜਾਂ ਵਿਜੇਂਦਰ ਸਿੰਘ ਨੇ, ਬਿਲਕੁਲ ਠੀਕ, ਵਿਜੇਂਦਰ ਸਿੰਘ ਨੇ ਜ਼ਿਆਦਾ ਡਿਟੇਲ ਦੇ ਵਿੱਚ ਦੱਸ ਗਿਆ ਵੀ ਚਾਹੁੰਦਾ ਕੀ ਹੈ, ਕਹਿਣਾ ਕੀ ਚਾਹੁੰਦਾ ਉਹ, ਹਨਾ। ਬਿਲਕੁਲ। ਤੇ ਹੋਰ ਸਰ ਸਾਡੇ 2 ਅਕਾਊਂਟ ਵੀ ਤੇ ਇਹਨਾਂ ਨੇ ਬੈਨ ਕੀਤੇ, ਜਿਹੜਾ ਟਰੈਕਟਰ ਟੂ ਟਰਾਲੀ ਵਾਲਾ ਤੇ ਜਿਹੜਾ ਆਪਣਾ ਸੀਗਾ ਕਿਸਾਨ ਏਕਤਾ ਮੋਰਚਾ ਵਾਲਾ ਬੈਨ, ਉਹ ਵੀ ਕਰ ਦਿੱਤਾ ਇਹਨਾਂ ਨੇ ਬੈਨ। ਕੀ ਸਰਕਾਰਾਂ ਕਰਦੀਆਂ ਹੁੰਦੀਆਂ। ਚਲੋ ਮਿਹਰਬਾਨੀ ਜੀ। ਹਾਂਜੀ ਚਲੋ ਕੀ ਅਸੀਂ ਇਹ ਗੱਲ ਸ਼ੁਰੂ ਇੱਥੋਂ ਕੀਤੀ ਸੀ ਕਿ ਜੋ ਇਹ ਹਾਲਾਤ ਪੈਦਾ ਕਰੇ ਉਹ ਗਲਤ ਕਰਦੇ। ਤੁਹਾਨੂੰ ਪਤਾ ਹੋਏਗਾ ਇੰਡੀਅਨ 에ਅਰਲਾਈਨ ਜਿਹੜੇ ਹੁਣ ਤੱਕ 3 ਕਿ 4 ਅਗਵਾ ਹੋ ਚੁੱਕੇ। ਮੈਂ ਥੋੜੀ ਜਿਹੀ ਕਸ਼ਮੀਰ ਜਾ ਕੇ ਮੈਂ ਉਹਨਾਂ ਨਾਲ ਗੱਲ ਕਰਕੇ ਦੱਸਾਂ। ਉੱਥੇ ਡਿਸਕੋ ਸਕੂਲ ਹੈ ਕਸਾਈਆਂ ਦਾ, ਮੇਰੇ ਖਿਆਲ 150 ਸਾਲ ਪੁਰਾਣਾ ਸਕੂਲ। ਉਹਨਾਂ ਦਾ ਆਪਣਾ ਗੈਸਟ ਹਾਊਸ ਹੈ, ਮੇਰੇ ਨਾਲ ਚੇਅਰਮੈਨ ਦੋਸਤ ਸੀ, ਮੈਂ ਉੱਥੇ ਠਹਿਰਿਆ ਰੁਕਨੇ ਰਿਹਾ ਉਹਨਾਂ। ਜਦੋਂ ਮੈਂ ਹਿਸਟਰੀ ਵੇਖੀ, ਉਹ ਕਹਿੰਦੇ ਜਿੰਨੇ ਵੀ ਮੁੱਖ ਮੰਤਰੀ ਹੁਣ ਤੱਕ ਕਸ਼ਮੀਰ ਦੇ ਹੋਏ ਇਸ ਸਕੂਲ ਦੇ ਪੜ੍ਹੇ ਦੇ, ਜਿੰਨੇ ਵੀ ਮੁੱਖ ਮੰਤਰੀ। ਫਾਰੂਕ ਅਬਦੁੱਲਾ ਉੱਥੋਂ ਦਾ ਸਟੂਡੈਂਟ ਸੀ, ਤੇ ਫਾਰੂਕ ਅਬਦੁੱਲਾ ਦਾ ਪਿਓ ਉੱਥੇ ਮੁੱਖ ਮੰਤਰੀ, ਤੇ ਫਾਰੂਕ ਅਬਦੁੱਲਾ ਨੂੰ ਇੱਕ ਹਿੰਦੂ ਟੀਚਰ ਨੇ ਕੁੱਟ ਕੱਟਿਆ, ਮੁੱਖ ਮੰਤਰੀ ਦੇ ਬੱਚੇ। ਜਦੋਂ ਪਤਾ ਲੱਗਾ ਫਾਰੂਕ ਅਬਦੁੱਲੇ ਨੂੰ, ਤੇ ਉਹ ਆਇਆ ਸਕੂਲ 'ਚ, ਆਇਆ ਆ ਕੇ ਕਹਿੰਦਾ ਵੀ ਕਿਹੜੇ ਟੀਚਰ ਨੇ ਮੇਰੇ ਬੱਚੇ ਨੂੰ ਕੁੱਟਿਆ। ਉਹ ਕੰਬੀ ਜਾਵੇ ਵੀ ਮੁੱਖ ਮੰਤਰੀ ਆਇਆ, ਤੁਸੀਂ ਕੀ ਕਹਿੰਦੇ ਮੈਂ ਕੁੱਟਿਆ। ਉਹਨੇ ਸ਼ਾਬਾਸ਼ੀ ਦਿੱਤੀ ਕਿ ਜੇ ਤੂੰ ਇਹਦੇ ਚਪੇੜਾ ਨਾ ਰੋਕ ਦੋ ਤੇ ਵਿਗੜ ਜਾਂਦਾ, ਤੂੰ ਠੀਕ ਕੀਤਾ ਜੋ ਕੀਤਾ। ਲੇਕਿਨ ਉਸੇ ਸਕੂਲ ਦਾ ਕ੍ਰੈਸ਼ੀ ਜਿਹੜਾ 1970 ਚ ਦੁਆ ਕੇ ਲੈ ਕੇ ਪਾਕਿਸਤਾਨ ਗਿਆ ਸੀ, ਉਹ ਵੀ ਸਕੂਲ ਦਾ ਪੜ੍ਹਿਆ ਸੀ। ਜਿਹੜੀ ਗੱਲ ਹੁਣ ਗੱਲ ਕੀਤੀ ਆ, ਇੱਕ ਜਿਹੜੇ ਜਹਾਜ਼ ਪਾਕਿਸਤਾਨ ਸਾਡੇ ਪਿੰਡੇ ਲੈ ਕੇ ਗਵਾਹ ਕਰਕੇ, ਇੱਕ ਜਹਾਜ਼ ਤੁਹਾਨੂੰ ਪਤਾ ਸ਼ਾਇਦ ਅਸ਼ੋਕ ਵਰਮਾ ਬੰਦਾ ਸੀ, ਜਿਹਨੇ ਉਦੋਂ ਭਗਵਾ ਚੋਲਾ ਪਾਇਆ ਸੀ, ਜਹਾਜ਼ ਗਵਾਹ ਕੀਤਾ ਸੀ ਏਅਰਪੋਰਟ ਲੈ ਕੇ, ਉਹਨੂੰ ਫੜਿਆ ਸੀਗਾ। ਮਸੀਬਤ ਸਿੰਘ ਏਅਰਪੋਰਟ ਜਿਹੜਾ ਮਨਜੀਤ ਸਿੰਘ ਜੀ, ਉਹਨੂੰ ਤਾਂ ਗੋਲੀ ਮਾਰ ਦਿੱਤੀ ਸੀ ਉੱਥੇ, ਫੜਿਆ ਵੀ ਨਹੀਂ। ਉਹਨੂੰ ਫੜਿਆ ਤੇ ਬਾਅਦ ਚ ਉਹਨੂੰ ਭਾਰਤ ਸਰਕਾਰ ਨੇ ਮਿਨਿਸਟਰ ਬਣਾਇਆ ਸੀਗਾ। ਤੂੰ ਠੀਕ ਕੀਤਾ ਜੀ। ਪਾਂਡੇ ਭਰਾ ਸੀ ਉਹ, ਪਾਂਡੇ ਭਰਾ ਸੀ। ਦੱਸੋ ਕਿੱਧਰੋਂ ਸਾਡੀਆਂ ਗੱਲਾਂ ਜਾਂਦੀਆਂ ਨੇ। ਇਸ ਕਰਕੇ ਅਸੀਂ ਇਹ ਚਾਹੁੰਦੇ, ਜਿਹੜੀ ਮਿਨੋਰਟੀ ਦੀ ਗੱਲ ਹੈ, ਮਿਨੋਰਟੀ ਨੂੰ ਖਤਰਾ ਇੰਡੀਆ 'ਚ ਜ਼ਰੂਰ ਹੈਗਾ, ਮਿਨੋਰਟੀ ਨੂੰ ਸੋਚਣਾ ਪਊਗਾ। ਠੀਕ ਕੀਤਾ ਮੈਂ ਕਹਿੰਦਾ, ਜੇ ਮਿਨੋਰਟੀ 'ਚ ਜੰਮੂ ਕਸ਼ਮੀਰ 'ਚ ਮਿਨੋਰਟੀ ਜਿਹਦੇ ਹਿੰਦੂ ਤੇ ਹਿੰਦੂ ਮਾਰੇ ਗਏ, ਤੇ ਮਾਨ ਸਾਹਿਬ ਨੇ ਕਿਹਾ ਵੀ ਇਹ ਗਲਤ ਹੋਇਆ ਸੀ, ਨਿਖੇਧੀ ਕਰਦੇ ਅਸੀਂ ਹੋਮ ਮਿਨਿਸਟਰ ਨੂੰ ਬੁਲਾ। ਮਾਨ ਸਾਹਿਬ ਦਾ ਸਵਾਲ ਪੈਦਾ ਹੋ ਜਾਂਦਾ। ਮਾਨ ਸਾਹਿਬ, ਚਲੋ ਆਪਾਂ ਥੋੜਾ ਸਮਾਂ ਹੈ, 8 ਮਿੰਟ ਨੇ, ਕਾਲਾਂ ਵੀ ਫਲੈਸ਼ ਹੋ ਰਹੀਆਂ। ਭਗਵੰਤ ਮਾਨ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਿਹਤਯਾਬੀ ਵਾਸਤੇ ਕਾਮਨਾ ਕੀਤੀ, ਪਰ ਮੈਂ ਰੌਂਗ ਨਾ ਹੋਵਾਂ, ਜਿੱਤ ਦੀ ਵਧਾਈ ਦਿੱਤੀ ਹੈ ਕਿ ਨਹੀਂ ਦਿੱਤੀ? ਇਹੀ ਗੱਲ ਹੈ। ਇੱਕ ਜੱਟ ਨੇ ਦੂਜੇ ਜੱਟ ਨੂੰ ਜਿੱਤ ਦੀ ਵਧਾਈ ਦਿੱਤੀ ਆ ਜਾਂ ਨਹੀਂ ਦਿੱਤੀ? ਮਾਨ ਨੇ ਮਾਨ ਦਾ ਮਾਨ ਰੱਖਿਆ ਵੀ ਮਾਨ ਸਾਹਿਬ, ਮਾਨ ਤੁਸੀਂ ਰੱਖ ਲਿਆ, ਅਸੀਂ ਰੱਖ ਲਿਆ, ਸੰਗਰੂਰ ਵਾਲਿਆਂ ਨੇ ਤੁਹਾਡਾ ਮਾਨ ਰੱਖ ਲਿਆ, ਮੇਰਾ ਵੀ ਰੱਖਿਆ ਸੀ ਮਾਨ, ਵਧਾਈ। ਪਰ ਸਿਹਤਯਾਬੀ ਦੀ ਤੇ ਕਾਮਨਾ ਕਰ ਦਿੱਤੀ। ਪਰ ਇਸ ਸਿਹਤਯਾਬੀ ਦੀ ਕਾਮਨਾ ਦੇ ਉੱਤੇ ਸੋਸ਼ਲ ਨੈਟਵਰਕ ਮੀਡੀਆ ਦੇ ਥੱਲੇ ਜੋ ਕੁਝ ਲਿਖਿਆ ਜਾ ਰਿਹਾ, ਉਹ ਮੈਂ ਨਹੀਂ ਕਹਿਣਾ ਚਾਹੁੰਦਾ,
ਪੜ੍ਹਨ ਵਾਲੇ ਸੁਣਨ ਵਾਲੇ ਦੇਖ ਰਹੇ ਨੇ, ਜਿੱਤ ਦੀ ਵਧਾਈ ਨਹੀਂ ਦਿੱਤੀ ਯਾਰ, ਇੰਨੇ ਮਤਲਬ ਪਰੇਸ਼ਾਨ ਹੋ ਗਏ ਹੋ ਤੁਸੀਂ, ਕੀ ਕਹਿਣਾ ਚਾਹੋਗੇ? ਵੇਖੋ, ਮਾਨ ਸਾਹਿਬ ਨੂੰ, ਸਰਦਾਰ ਸਿਮਰਤ ਸਿੰਘ ਮਾਨ ਨੂੰ ਉਹਦੀ ਜਿੱਤ ਦੇ ਉੱਤੇ ਦੁਨੀਆ ਭਰ ਦੇ ਲੋਕਾਂ ਨੇ ਵਧਾਈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਦਾ ਸਭ ਤੋਂ ਪਹਿਲਾਂ ਤੇ ਬਿਆਨ ਆਇਆ ਸੀ, ਮਾਨ ਸਾਹਿਬ ਨੂੰ ਵਧਾਈ ਦਿੰਦੇ ਉਹਨਾਂ ਨੂੰ। ਉਸ ਤੋਂ ਬਾਅਦ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਵਧਾਈ ਦਿੱਤੀ, ਪਰ 2 ਦਿਨ ਬਾਅਦ ਦਿੱਤੀ। ਸਾਰੀਆਂ ਪਾਰਟੀਆਂ ਨੇ ਵਧਾਈ ਦਿੱਤੀ, ਸੁਖਬੀਰ ਸਿੰਘ ਬਾਦਲ ਨੇ ਦਿੱਤੀ, ਰਾਜਾ ਵੜਿੰਗ ਨੇ ਦਿੱਤੀ, ਪ੍ਰਤਾਪ ਸਿੰਘ ਬੱਸਾ ਨੇ ਵਧਾਈ ਦਿੱਤੀ। ਲੇਕਿਨ ਜਿਹੜੇ ਸਾਡੀ ਹਾਕਮ ਧਿਰ ਸੀ ਪੰਜਾਬ ਦੀ, ਉਹਨਾਂ ਨਾ ਤੇ ਕੇਜਰੀਵਾਲ ਨੇ ਵਧਾਈ ਦਿੱਤੀ ਤੇ ਨਾ ਬਕਾਇਦਾ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਵਧਾਈ ਦਿੱਤੀ। ਜਥੇਦਾਰ ਸਾਹਿਬ ਦੀ ਆਈ ਕਿ ਨਹੀਂ? ਆ ਗਈ। ਸ਼ੁਕਰੀਆ, ਥੈਂਕ ਯੂ ਵੈਰੀ ਮਚ। ਰੱਖ ਲਈ ਜੀ। ਤੁਸੀਂ ਇੱਕ ਗੱਲ ਨੋਟ ਕਰੋ, ਚਲੋ ਗੱਲ ਤੇ ਖਤਮ ਹੋ ਗਈ, ਭਗਵੰਤ ਮਾਨ ਨੇ ਸਿਹਤਯਾਬੀ ਦੀ ਕਾਮਨਾ ਕਰ ਲਈ। ਜੇ ਆਪਾਂ ਗੱਲ ਕਰ ਲਈਏ ਤੇ ਬਾਰੇ ਚ, ਹੁਣ ਭਗਵੰਤ ਮਾਨ ਨੂੰ ਕਿਸੇ ਨੇ ਕਿਹਾ ਹੋਣਾ ਕਿ ਭਗਵੰਤ ਮਾਨ ਨੂੰ ਖੁੰਦਕੀ ਬਹੁਤ ਖੁੰਦਕੀ ਬੰਦਾ, ਜਿਹੜਾ ਬੰਦਾ ਖੁੰਦਕ ਰੱਖਦਾ ਉਹ ਕਦੀ ਕਾਮਯਾਬ ਨਹੀਂ ਹੁੰਦਾ। ਇਹਨੂੰ ਦਾਅਵੇ ਨੇ ਕਰ, ਉਹ ਤਾਂ ਪੱਤਰਕਾਰਾਂ ਦੇ ਸੰਮੇਲਨ 'ਚ ਹੀ ਦੇਖ ਲਿਆ ਸੀ ਆਪਾਂ। ਬਿਲਕੁਲ। ਹੁਣ ਇਹਨੇ ਉਹਨੂੰ ਵਧਾਈ ਤਾਂ ਨਹੀਂ ਦਿੱਤੀ, ਲੇਕਿਨ ਜਦੋਂ ਉਹਨਾਂ ਨੂੰ ਕਰੋਨਾ ਹੋ ਗਿਆ, ਡਾਕਟਰਾਂ ਨੇ ਜਿਹੜਾ ਸੀ ਬਕਾਇਦਾ ਤੌਰ ਤੇ ਪੁਸ਼ਟੀ ਕਰਤੀ ਵੀ ਕਰੋਨਾ ਹੋ ਗਿਆ, ਉਹਨੂੰ ਘੱਟੋ ਘੱਟ 8 ਦਿਨ ਏਕਾਂਤਵਾਸ ਰਹਿਣਾ ਪਊਗਾ, ਰੈਸਟ ਕਰੇ। ਫਿਰ ਪੋਸਟ ਨੂੰ ਪਾਤੀ ਆ ਕਿ ਮਾਨ ਸਾਹਿਬ ਨੂੰ ਵਧਾਈ ਵੀ ਹੋਵੇ ਤੇ ਜਿਹੜੀ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਉਹਨਾਂ ਦੀ ਉਹਨੇ ਸਿਹਤਯਾਬੀ ਦੀ ਸੀ ਕਾਮਨਾ ਕਰਤੀ। ਕਿਸੇ ਸਿਆਣੇ ਬੰਦੇ ਸਮਝਾਇਆ ਹੋਣਾ, ਭਾਈ ਆਹ ਗੱਲ ਤੂੰ ਗਲਤ ਕਰ ਰਿਹਾ, ਸਹੀ ਕਰ। ਇਕੱਠੀ ਵਧਾਈ ਦੇ ਨਾਲ 8 ਨਾ ਚੋਪੜ ਕੇ ਮਾੜਾ ਜਿਹਾ ਰਾ ਦੇ। ਚਲੋ ਐਨੀਵੇ 90581320905813 ਤੁਸੀਂ ਨੋਟ ਕਰ ਲਓ। ਪ੍ਰੈਸ ਕੱਲਾ ਭਗਵੰਤ ਮਾਨ ਹੀ ਲਿਖਦੀ ਆ, CM ਭਗਵੰਤ ਮਾਨ। ਤੇ ਜਦੋਂ ਚਾਵਲਾ ਸਾਹਿਬ ਉਹਦੇ ਆਪਣੇ ਜਿਹੜੇ ਮੁੱਖ ਮੰਤਰੀ ਦੇ ਬਾਹਰ ਬੋਲ ਲੱਗਾ, ਉਹ ਭਗਵੰਤ ਸਿੰਘ ਮਾਨ ਦਾ ਨਹੀਂ ਲੱਗਾ, ਭਗਵੰਤ ਮਾਨ ਦਾ ਲੱਗਾ। ਬਸ ਸਰਦਾਰੀਆਂ ਐਵੇਂ ਨਹੀਂ ਮਿਲਦੀਆਂ। ਸਰਦਾਰ ਸਿਮਰਜੀਤ ਸਿੰਘ ਮਾਨ ਮੂੰਹ ਨਹੀਂ ਭਰ ਆਉਂਦਾ। ਬਿਲਕੁਲ ਹੈ, ਮੂੰਹ ਭਰਦਾ ਕਿ ਨਹੀਂ ਭਰਦਾ? ਹੋਰਨਾਂ ਦਾ ਵੀ ਜੋ ਤੁਸੀਂ ਨਾਂ ਲਓਗੇ ਨਾ, ਮੂੰਹ ਭਰ ਜਾਂਦਾ ਆ। ਅੱਜ ਚਾਵਲਾ ਸਾਹਿਬ ਮੈਂ ਸੁਣ ਰਿਹਾ ਸੀ ਕਿ ਇੱਕ ਬੰਦਾ ਕਹਿ ਰਿਹਾ ਸੀ, ਜਿਹੜਾ ਇੱਕ ਰੌਲਾ ਪਾਇਆ ਜਾ ਰਿਹਾ, ਜਿਹਨੂੰ ਬੈਸਟ ਪਾਰਲੀਮੈਂਟੇਰੀਅਨ ਦਾ ਜਿਹੜਾ ਸੀ ਉਹ ਖਿਤਾਬ ਮਿਲਿਆ ਸੀ ਜਾਂ ਇਨਾਮ ਮਿਲਿਆ ਸੀ ਜਾਂ ਜੋ ਮਿਲਿਆ ਸੀ, ਉਹ ਗੱਲ ਤਾਂ ਨਹੀਂ ਮਿਲੀ ਸੀ। ਅਸੀਂ ਕਿਹਾ ਨਾ ਮਿਲਿਆ ਕੋਈ ਗੱਲ ਨਹੀਂ ਜਾ, ਲੇਕਿਨ 5 ਸਾਲ ਉਹਨੇ ਕੰਮ ਕੀਤਾ ਕਿ ਨਹੀਂ ਕੀਤਾ, ਉਹ ਕਮੇਟੀਆਂ ਦਾ ਮੈਂਬਰ ਬਣਿਆ ਕਿ ਨਹੀਂ ਬਣਿਆ, ਉਹ ਕਮੇਟੀਆਂ ਦੇ ਵਿੱਚ ਉਹਦੀ ਸ਼ਲਾਘਾ ਕੀਤੀ ਕਿ ਨਹੀਂ ਕੀਤੀ ਕਿ ਮਾਨ ਨੇ ਬਹੁਤ ਸੋਹਣਾ ਕੰਮ ਕੀਤਾ, ਤੇ ਬਾਕੀ ਕੀ ਰਹਿ ਗਿਆ? ਮਾਨ ਨੇ ਸੋਹਣਾ ਕੰਮ ਕੀਤਾ ਉਹਦਾ ਮਤਲਬ ਬੈਸਟ ਨਹੀਂ ਆ। ਉਹ ਪੰਜਾਬੀ 'ਚ ਬੋਲੋ ਕਿ ਸੋਹਣਾ ਕੰਮ ਕੀਤਾ, ਸੋਹਣ ਨੂੰ ਇੰਗਲਿਸ਼ 'ਚ ਟ੍ਰਾਂਸਲੇਟ ਨਾ ਕਰੋ। ਵਾਹ ਉਹ ਅਕਲ ਦੇ ਬੰਨੇ ਹੋ, ਲੱਖ ਲਾਹਨਤਾਂ ਤੁਹਾਡੀ ਸੋਚ ਤੇ। ਕਿੱਦਾਂ ਉਹਨੂੰ ਐਕਸਪਲੇਨ ਕਰੋਗੇ ਇੰਗਲਿਸ਼ ਦੇ ਵਿੱਚ ਕਿ ਮਾਨ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ? ਬਹੁਤ ਸੋਹਣਾ ਲਿਖ ਦੂਗਾ ਕੋਈ ਉੱਥੇ, ਦਾ ਬੈਸਟ ਹੀ ਹੋਇਆ ਨਾ। ਕਿਆ ਬਿਲਕੁਲ ਸੌੜੀ ਸੋਚ। ਸੁਣ ਲਿਆ ਹੋਣਾ ਰੰਗਲਾ ਪੰਜਾਬ ਕੇ ਦਾ ਬੈਸਟ ਪਾਰਲੀਮੈਂਟ ਦਾ ਖਿਤਾਬ ਮਿਲਿਆ। ਕਿਆ ਨਹੀਂ ਵੇ, ਆਪਾਂ ਕਾਲਾਂ 2 ਨੇ, ਮਿੰਟ 4 ਨੇ। ਸਾਡੀਆਂ ਖਬਰਾਂ ਬੜੀਆਂ ਹੁੰਦੀਆਂ ਜੀ, ਪਰ ਅਸੀਂ ਕਿਸੇ ਹੋਰ ਜਾਂਦੇ। ਦੇ ਦਿਓ ਥੋੜੇ ਦਿਨ ਦਿਓ, ਤੁਹਾਡਾ ਚਾਹ ਲਾ ਦੇਣਾ ਮੈਂ। ਬਸ ਜਲਦੀ ਤੁਹਾਨੂੰ ਘੰਟਾ 1.5 ਘੰਟਾ ਰੋਜ਼ ਦਿਆ ਕਰ। ਹੈਲੋ ਹਾਂਜੀ ਜੀ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਇਹ ਹੈ, ਜੇ ਤਾਂ ਬੀਜੇਪੀ ਵਾਲੇ ਕਿਸੇ ਨੂੰ ਆਪਦੀ ਜੀਪ ਦੇ ਥੱਲੇ 4 ਕਿਸਾਨਾਂ ਨੂੰ ਦੇ ਦੇਣ ਜਾਂ ਬੀਜੇਪੀ ਵਾਲੇ ਜਿਹਨੂੰ ਮਰਜ਼ੀ ਮਾਰ ਦੇਣ, ਉਹ ਤੇ ਕੋਈ ਮੁਕੱਦਮਾ ਨਹੀਂ ਬਣਦਾ, ਕੋਈ ਪੁਲਿਸ ਨਹੀਂ ਆਉਂਦੀ ਉਹਨੂੰ ਫੜਨ। ਇਹ ਮੁਹੰਮਦ ਜ਼ੁਬੈਰ, ਉਹ ਪੁਰਾਣੀ ਫਿਲਮ ਦੀ ਗੱਲ ਤੇ ਉਹਨੂੰ ਫਟਾਫਟ ਫੜ ਲੈਂਦੇ, ਜਾਂ ਉਹ ਗੈਰ ਭਾਜਪਾਈ ਹੋਵੇ ਕੋਈ ਆਈ ਚੱਕ ਦੇ ਲੋ ਕਿੰਨੇ ਫੜੇ ਆ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਤੇ ਫਲਾਨਾ ਤੇ ਸਿਮਕਾ ਸਾਰਾ ਲਾ ਕੇ ਸਾਰੀਆਂ ਦਫਾ ਲਾ ਦਿੰਦੇ। ਤੇ ਅਗਲੀ ਗੱਲ, ਭਗਵੰਤ ਮਾਨ ਦੇ ਉੱਪਰ ਦੀ ਹੋ ਕੇ ਰਾਘਵ ਚੱਡਾ ਤੇ ਉਹ ਕੇਜਰੀਵਾਲ ਬਹਿ ਜਾਂਦੇ ਆ। ਜੇ ਭਗਵੰਤ ਮਾਨ 'ਚ ਹਿੰਮਤ ਹੈ, ਦਿੱਲੀ ਦੇ ਉਹ ਜਿੱਥੇ ਉਹ ਬਹਿੰਦਾ ਨਾ ਕੇਜਰੀਵਾਲ ਤੇ ਸਿਸੋਦੀਆ, ਉੱਥੇ ਬਹਿ ਕੇ ਦਿਖਾਵੇ। ਇਹ ਭਗਵੰਤ ਮਾਨ ਹੀ ਹੈ, ਬਰਬਾਦ ਕਰਕੇ ਹਟੂਗਾ।
ਇਹ ਸਾਰਾ ਖਜ਼ਾਨਾ ਲੁੱਟ ਕੇ ਲੈ ਜਾਊਗਾ। ਇਹ ਦੇਖਦਾ ਰਹਿ ਜਾਊਗਾ। ਭਗਵੰਤ ਮਾਨ ਇਹਨੂੰ ਲੋਕਾਂ ਨੇ ਕੋਠੇ ਤੇ ਚੜਾਇਆ, ਇਹਨੂੰ ਪੌੜੀ ਲਾ ਕੇ ਨਹੀਂ ਲਾਉਣਾ, ਸਿੱਧਾ ਧੱਕਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਖਤ ਲਫ਼ਜ਼ ਵਰਤਿਆ ਹੀ ਜੈਦਾਰ ਖਾਲਸਾ ਸਾਹਿਬ ਨੇ। ਜੀ, ਖਾਲਸਾ ਜੀ ਬਕਾਇਦਾ ਤੌਰ ਤੇ ਕਾਲ ਲੈ ਲਓ ਪਹਿਲਾਂ, ਬਚਾਉਣ ਇਹ ਕਾਲ ਲੈ ਲਓ, ਫਿਰ ਆਪਾਂ 1-2 ਮਿੰਟ ਦੇ ਉੱਤੇ ਚਲੇ ਵੀ ਜਾਵਾਂਗੇ, ਟੈਕਨੀਸ਼ੀਅਨ ਨੇ ਉੱਠ ਜਾਣਾ ਹੁੰਦਾ। ਹਾਂਜੀ, ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਆਓ ਆਪ ਵਾਲਿਓ, ਵੈਲਕਮ। ਬਸ ਠੀਕ ਹੈ ਜੀ। ਤੇ ਕੀਦਾ ਸਾਹਿਬ ਕਹਿੰਦੇ ਜੀ ਜਿਹੜਾ ਬੰਦਾ ਖੁੰਦਗੀ ਹੁੰਦਾ ਉਹ ਕਾਮਯਾਬ ਨਹੀਂ ਹੁੰਦਾ, ਪਰ ਹੁਣ ਮਾਨ ਸਾਹਿਬ ਤਾਂ ਕਾਮਯਾਬ ਹੋਏ ਬੈਠੇ, ਹੋਰ ਇਦੋਂ ਵੱਧ ਕਾਮਯਾਬ ਕਿੱਥੇ ਨਹੀਂ ਮਾਮੂ ਜੀ, ਹੁਣ ਟਾਈਮ ਥੋੜਾ, ਇਹ ਹੁਣ ਟਾਈਮ ਥੋੜਾ ਮੇਰੇ ਕੋਲੋਂ। ਨਹੀਂ, ਮੈਨੂੰ ਪਤਾ ਜੀ। ਨਹੀਂ ਹੁਣ ਨਾ, ਫਿਰ ਏਦਾਂ ਕਰੋ, ਕੱਲ ਦਾ ਟਾਈਮ ਰੱਖ ਲਓ। ਠੀਕ ਹੈ ਜੀ, ਠੀਕ ਆ। 10 ਵਜੇ ਪੂਰੇ ਪੱਟੀ ਸਾਹਿਬ ਆਉਣਗੇ ਤੇ 10 ਵਜੇ ਤੂੰ ਹੀ ਆਉਣਾ ਜੇ। ਠੀਕ ਹੈ, ਠੀਕ ਹੈ, ਡਨ। ਵੇਖੀ ਫੇ ਖੁੰਦ ਤਾਂ ਕਿੱਦਾਂ ਕੱਢਦੇ ਆਪਾਂ, ਹੈ ਨਹੀਂ ਮੈਂ ਨਹੀਂ, ਕੁਲਫੀ ਠੰਡੀ ਹੁੰਦੀ ਹੈ, ਕੁਲਫੀ ਗਰਮ ਨਹੀਂ ਕਰਨੀ। ਕੱਲ ਨੂੰ ਗੁਰਦੀਪ ਸਿੰਘ ਮਾਮੂ, ਇੱਕ ਮਿੰਟ, ਕੱਲ ਨੂੰ ਗੁਰਦੀਪ ਸਿੰਘ ਮਾਮੂ ਆਮ ਆਦਮੀ ਪਾਰਟੀ ਵਾਲੇ ਸਾਡੇ ਮਹਿਮਾਨ ਹੋਣਗੇ। 10 ਵਜੇ ਪੱਟੀ ਸਾਹਿਬ ਹੋਣਗੇ, ਸ਼ਾਮ ਨੂੰ 10 ਤੋਂ 1 ਘੰਟਾ ਲਗਾਤਾਰ ਵਿਦਆਊਟ ਕਮਰਸ਼ੀਅਲ ਵਿੱਚ ਇਨ ਬੀਟਵੀਨ ਥੋੜਾ ਜਿਹਾ ਸਾਹ ਲੈਣਾ ਪਿਆ ਤੇ ਲਾਵਾਂਗੇ। ਮਾਮੂ ਜੀ ਓਕੇ? ਓਕੇ ਜੀ, ਓਕੇ। ਕੱਲ ਕੱਢਦੇ ਆ ਫੇ ਖੁੰਦਕਾ, ਹੈ ਓਕੇ ਜੀ। ਯਾਰੀ ਨਾ ਆਇਓ, ਨਾ ਕੋਈ ਚੱਕਰ ਨਹੀਂ। ਬਾਬਾ ਬੋੜ ਵਾ ਇੱਧਰ ਵੀ ਨਾ ਆਪਾਂ ਤਾਂ ਨਹੀਂ ਲਵ ਯੂ ਨਾ, ਹੁਣ ਲਵ ਯੂ, ਥੈਂਕ ਯੂ। ਕੱਲ ਕਰਾਂਗੇ, ਕੱਲ ਕਰਾਂਗੇ, ਹੁਣ ਡਿਸਕਲੋਜ਼ ਕੁਝ ਨਹੀਂ। ਕੱਲ ਨੂੰ ਓਕੇ ਜੀ, ਓਕੇ। ਲਓ ਜੀ, ਕੱਲ ਨੂੰ ਹਾਜ਼ਰ ਹੋਣਗੇ ਗੁਰਦੀਪ ਸਿੰਘ ਮਾਮੂ, ਆਮ ਆਦਮੀ ਪਾਰਟੀ ਦੇ ਸਿਪਾ ਸਲਾਰ ਨੇ ਇੱਥੇ। ਮੇਰੇ ਯਾਰ ਨੂੰ ਮੰਦਾ ਨਾ ਆਖੀ, ਮੇਰੀ ਭਾਵੇਂ ਜਿੰਦ ਕੱਢ ਲੈ, ਪਰ ਇਹ ਆ ਕਿ ਲੱਡੂ ਖਵਾ ਕੇ ਗਏ ਸੀ ਸਾਨੂੰ। ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਜਦੋਂ ਜਿੱਤੀ ਹੈ ਤੇ ਓਨਟਾਰੀਓ ਦੇ ਵਿੱਚ 25 ਸਾਲਾਂ 'ਚ ਕਿਸੇ ਪਾਰਟੀ ਦੇ ਲੀਡਰ ਨੇ ਆ ਕੇ ਸਾਡਾ ਲੀਡਰ ਕਹਿ ਲਓ ਜਾਂ ਸਿਪਾ ਸਲਾਰ ਕਹਿ ਲਓ ਜਾਂ ਵੈਲ ਵਿਸ਼ਰ ਕਹਿ ਲਓ, ਮੂੰਹ ਮਿੱਠਾ ਕਰਾਇਆ ਕਿ ਵੀ ਅਸੀਂ ਜਿੱਤ ਗਏ ਆ। ਖੈਰ, ਖੁਣਕੀ ਵਾਲੀ ਗੱਲ ਕਰਾਂਗੇ ਕੱਲ ਨੂੰ। ਤੇ ਜਹੇਦਾਰ ਸਾਹਿਬ ਜੋ ਕਹਿ ਕੇ ਗਏ ਨੇ, ਉੱਤੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਜਹਦਰ ਸਾਹਿਬ ਗਏ ਸੀ, ਸ਼ੁਰੂ ਉੱਥੋਂ ਕੀਤੀ ਸੀ ਵੀ ਇਹ ਲੋਕ ਦੇਸ਼ ਨੂੰ ਬਰਬਾਦੀ ਵਾਲੇ ਪਾਸੇ ਤੁਰੇ। ਮਾਈਨੋਰਟੀ ਤੇ ਹਮਲੇ ਸ਼ੁਰੂ ਤੋਂ ਕੀਤਾ ਜੀ, ਮਾਈਨੋਰਟੀ ਤੇ ਹਮਲੇ ਹੋ ਰਹੇ। ਬਿਲਕੁਲ ਠੀਕ ਕਿਹਾ ਨਾ, 4 ਕਿਸਾਨ ਮਾਰੇ ਜਾਂਦੇ, ਕਹਿੰਦੇ ਕੁਝ ਨਹੀਂ ਹੋਇਆ। ਤੇ ਜੇ ਕੋਈ ਹੋਰ ਘਟਨਾ ਵਾਪਰ ਜੇ ਕਹਿੰਦੇ ਲੈ ਇਹ ਤਾਂ ਸਾਰਾ ਦੇਸ਼ ਤਬਾਹ ਹੋ ਗਿਆ। ਜਿਹੜੀ ਗੱਲ ਤੁਸੀਂ ਕੀਤੀ ਤੇ ਇੱਕ ਫ੍ਰਿਜ ਦੇ ਵਿੱਚ ਕਿਸੇ ਨੇ ਮੀਟ ਪਿਆ ਕੇ ਰੱਖਿਆ, ਕਹਿੰਦੇ ਜੀ ਗਾਂ ਦਾ ਮੀਟ, ਕੁੱਟ ਕੇ ਪਹਿਲੂ ਖਾਨ ਨੂੰ ਮਾਰਤਾ। ਪਹਿਲੂ ਖਾਨ ਨੂੰ ਜਦੋਂ ਟੈਸਟ ਆਇਆ, ਉਹ ਕਹਿੰਦੇ ਜੀ ਮੱਝ ਦਾ ਮੀਟ ਹੈ। ਹਾਂ, ਅਮਨ ਨੇ ਲਿਖਿਆ। ਕੌਣ ਜ਼ਿੰਮੇਵਾਰ ਹੈ? ਕੀ ਕੀਤਾ ਉਹਨਾਂ ਨੇ? ਤਾਂ ਤੁਸੀਂ ਕੀ ਉਹਨਾਂ ਬੰਦਿਆਂ ਨੂੰ ਫਾਂਸੀ ਲਾਈ? ਚਾਹੀਦਾ ਇਹ ਸੀ ਉਹਨਾਂ ਬੰਦਿਆਂ ਨੇ ਆਪਣਾ ਕਾਨੂੰਨ ਹੱਥ 'ਚ ਲਿਆ, ਉਹਨੂੰ ਫਾਂਸੀ ਲਾਉਂਦੇ। ਜੇ ਬਾਕੀ ਫਾਂਸੀ ਲੱਗ ਸਕਦੇ ਆ ਤੇ ਉਹ ਕਿਉਂ ਨਹੀਂ ਲੱਗ ਸਕਦੇ? ਉਹਨਾਂ ਦੇ ਗਲਾਂ 'ਚ ਹਾਰ ਕਿਉਂ ਪਾਏ? ਬਿਲਕੁਲ, ਉਹਨਾਂ ਦੇ ਗਲਾਂ 'ਚ ਹਾਰ ਪਾਏ। ਬਸ ਉਹਨਾਂ ਸਵਾਗਤ ਕੀਤਾ, ਤੁਸੀਂ ਠੀਕ ਕੀਤਾ ਜੀ। ਤੇ ਜੇ ਫਿਰ ਜਿੱਥੇ ਘੱਟ ਗਿਣਤੀ, ਜਿੱਥੇ ਅਰਬ ਕੰਟਰੀ, ਜਿੱਥੇ ਮੁਸਲਮਾਨ ਭਾਈਚਾਰਾ ਜਾਂ ਅਰਬ ਕੰਟਰੀ ਜਿਹੜੇ ਬੀਫ ਖਾਂਦੇ ਨੇ, ਜਾਂ ਜਿਹੜਾ ਉਹਨਾਂ ਦਾ ਸਮਾਜ ਜਿੱਥੇ ਰਹਿੰਦਾ, ਜੇ ਉੱਥੇ ਘੱਟ ਗਿਣਤੀਆਂ ਨੂੰ ਫਿਰ ਤੜਫਾਉਣਗੇ। ਜਿੱਦਾਂ ਅਫਗਾਨਿਸਤਾਨ ਦੇ ਵਿੱਚ ਹਮਲਾ ਹੋਇਆ, 2 ਦਿਨ ਦੀ ਖਬਰ ਹੈ, ਤੀਜੇ ਦਿਨ ਮਿੱਟੀ ਪੈ ਗਈ ਨਾ, ਉੱਤੇ ਮਿੱਟੀ ਪੈ ਗਈ ਨਾ ਜੀ। ਕੋਈ ਬੋਲਿਆ ਸਾਡਾ ਕੋਈ ਲੀਡਰ? ਕੋਈ ਬੋਲਿਆ ਦਿੱਲੀ ਵਾਲਾ? ਕੋਈ ਬੋਲਿਆ? ਸ਼ਾਹ, ਇਹਨੂੰ ਕਹਿੰਦੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਂਜੀ, ਇਹ ਆ, ਬੋਲਿਆ ਕੋਈ? ਇਹਨਾਂ ਨੂੰ ਮਤਲਬ ਚੋਣਾਂ ਦੇ ਵਿੱਚੋਂ ਵੇਲ ਮਿਲੀ ਕੋਈ? ਸਰਦਾਰ ਸਿਮਰਜੀਤ ਸਿੰਘ ਮਾਨ ਜਾਂ ਸਰਦਾਰ ਭਗਵੰਤ ਸਿੰਘ ਮਾਨ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਜਾਂ ਹੋਰ ਦੂਜੇ ਤੀਜੇ ਇੱਕ ਬਿਆਨ ਆ ਗਿਆ, ਨਿਖੇਧੀ ਹੋ ਗਈ ਨਾ? ਉਹ ਤਾਂ ਅਸੀਂ ਵੀ ਕਰ ਦਿੱਤੀ, ਦੇਸ਼ਾਂ ਵਿਦੇਸ਼ਾਂ ਵਾਲਿਆਂ ਨੇ ਵੀ ਕਰ ਦਿੱਤੀ। ਉਹ ਤਾਂ ਉਹਨਾਂ ਦੇ ਜਿਹੜੇ ਉੱਥੋਂ ਦੇ ਲੋਕ ਗੁਰੂ ਨਾਨਕ ਨੂੰ ਮੰਨਣ ਵਾਲੇ, ਉਹਨਾਂ ਨੇ ਵੀ ਕਰ ਦਿੱਤੀ। ਪਰ ਜਿਹੜੇ ਉੱਥੇ ਰਹਿੰਦੇ ਨੇ, ਉਹਨਾਂ ਬਾਰੇ ਤੁਸੀਂ ਕੀ ਸੋਚਿਆ? ਉਹਨਾਂ ਬਾਰੇ ਕੀ ਵਿਚਾਰ, ਚਰਚਾ ਕੀਤੀ? ਚਲੋ ਸਵੇਰੇ ਮਿਲਦੇ ਆ ਜੀ, ਕੱਲ ਸ਼ਾਮ ਨੂੰ ਫਿਰ ਮਾਮੂ ਜੀ ਨਾਲ ਹੋਣਗੀਆਂ ਗੱਲਾਂ ਬਾਤਾਂ। ਇੱਧਰ ਸਾਡੇ ਜਹੇਦਾਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਪੱਟੀ ਤੇ ਹੋਣਗੀਆਂ ਗੱਲਾਂ ਫਿਰ ਖੁੰਦਕਾਂ ਦੇ ਨਾਲ। ਖੁੰਦਣਾ ਆਪਾਂ ਇੰਨਾ ਨਹੀਂ ਖੁੰਦਣਾ, ਮਤਲਬ ਛੈਣੇ ਜਿਹੇ ਵਜਾਉਣੇ ਜਿਹੜੇ ਚੰਗੇ ਲੱਗਣ। ਬਹੁਤ ਬਹੁਤ ਮਿਹਰਬਾਨੀ ਬੜੇ ਸਾਹਿਬ, ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।